ਬੁੱਧ ਜੀਵਨ ਅਤੇ ਸਿੱਖਿਆਵਾਂ ਗਰੁੱਪ ਦੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ, ਵਿਦਵਾਨਾਂ ਨੂੰ ਔਰ ਬੱਚਿਆਂ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾ ਐਂਡ ਜੈ ਗੁਰਦੇਵ ਜੀ। ਸਾਥੀਓ, ਨਿਊਜ਼ੀਲੈਂਡ ਤੋਂ ਮੈਂ ਸੁਖਦੇਵ ਬੱਦਨ। ਗਰੁੱਪ ਦੇ ਵਿੱਚ ਬਹੁਤ ਸਾਰੇ ਸਤਿਕਾਰਯੋਗ ਸਾਥੀਆਂ ਦੇ ਵਿਚਾਰ ਆਏ ਆ, ਤਰਕਪੂਰਕ ਔਰ ਬੁੱਧੀ ਨੂੰ ਜਗਾਉਣ ਵਾਲੇ ਵਿਚਾਰ ਸੁਣ ਕੇ ਮਨ ਬਹੁਤ ਪ੍ਰਸੰਨ ਹੋਇਆ। ਗਰੁੱਪ ਦੇ ਵਿੱਚ ਕਰਮ ਕਾਂਡਾਂ ਤੇ ਔਰ ਜਿਹੜੇ ਵਹਿਮ ਭਰਮ ਆ ਉਹਨਾਂ 'ਤੇ ਵਿਚਾਰ ਚਰਚਾ ਹੋ ਰਹੀ ਆ ਔਰ ਸਾਥੀਆਂ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ। ਔਰ ਸਾਥੀਓ, ਮੈਂ ਵੀ ਆਪਣੀ ਤੁਸ਼ ਬੁੱਧੀ ਅਨੁਸਾਰ ਸਾਡੇ ਪੁਰਖਿਆਂ, ਇਨਕਲਾਬ ਦੇ ਮੋਢੀ, ਗੁਰੂਆਂ ਦੇ ਗੁਰੂ, ਸੰਤ ਸਿਪਾਹੀ ਔਰ ਬ੍ਰਾਹਮਣਵਾਦੀ ਵਿਵਸਥਾ ਦਾ ਅੱਜ ਤੋਂ 650 ਸਾਲ ਪਹਿਲਾਂ ਜ਼ਬਰਦਸਤ ਵਿਰੋਧ ਔਰ ਖੰਡਨ ਕਰਨ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਵਿੱਚੋਂ ਉਹਨਾਂ ਦਾ ਜਿਹੜਾ ਆਰਤੀ ਦਾ ਸ਼ਬਦ ਆ, ਜਿਹਦੇ ਵਿੱਚ ਉਹ ਬ੍ਰਾਹਮਣਵਾਦੀ ਸਾਰੇ ਕਰਮ ਕਾਂਡਾਂ ਦਾ ਖੰਡਨ ਕਰਦੇ ਆ, ਮੈਂ ਉਹਦਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਕਿਵੇਂ ਸਤਿਗੁਰੂ ਜੀ ਉਸ ਸਮੇਂ, ਜਦੋਂ ਸਾਨੂੰ ਮਨੂਵਾਦੀਆਂ ਦੁਆਰਾ ਸਦੀਆਂ ਤੋਂ ਮਾਨਵੀ ਹੱਕਾਂ ਤੋਂ ਵੰਚਿਤ ਰੱਖਿਆ ਸੀ, ਜਿਹਦੇ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਅਧਿਕਾਰ ਸੀਗੇ ਔਰ ਸਾਨੂੰ ਗੁਲਾਮ ਬਣਾਇਆ ਸੀ, ਔਰ ਗੁਰੂ ਸਾਹਿਬ ਨੇ ਸਾਨੂੰ ਸਾਰੇ ਹੱਕ ਅਧਿਕਾਰ ਦਿਵਾਉਣ ਲਈ ਕਿਵੇਂ ਬਗਾਵਤ ਦਾ ਬਿਗਲ ਵਜਾਇਆ ਔਰ ਬ੍ਰਾਹਮਣਵਾਦੀ ਵਿਵਸਥਾ ਨੂੰ ਲਲਕਾਰਦਿਆਂ ਸਤਿਗੁਰਾਂ ਨੇ ਉਹਨਾਂ ਦੇ ਕਰਮ ਕਾਂਡਾਂ ਦਾ ਜ਼ਬਰਦਸਤ ਖੰਡਨ ਕੀਤਾ। ਔਰ ਸਤਿਗੁਰੂ ਜੀ ਆਰਤੀ ਦੇ ਸ਼ਬਦ ਵਿੱਚ ਫਰਮਾਉਂਦੇ ਹਨ ਵੀ ਨਾਮ ਤੇਰੋ ਆਰਤੀ ਮੰਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਗੁਰੂ ਸਾਹਿਬ ਨੇ ਦੇਖਿਆ ਵੀ ਜਦੋਂ ਬ੍ਰਾਹਮਣ ਲੋਕ ਥਾਲੀ ਦੇ ਵਿੱਚ ਦੀਵੇ ਪਾ ਕੇ ਹਿੰਦੂ ਭਗਵਾਨਾਂ ਦੀਆਂ ਮੂਰਤੀਆਂ ਮੂਹਰੇ ਆਰਤੀਆਂ ਉਤਾਰਦੇ ਸੀਗੇ, ਉਹਨੂੰ ਚੰਦਨ ਚੜਾਉਂਦੇ ਸੀ, ਉਹਨਾਂ ਨੂੰ ਕੇਸਰ ਦੇ ਛਿੱਟੇ ਦਿੰਦੇ ਸੀ, ਉਹਨਾਂ ਨੂੰ ਮੂਰਤੀਆਂ ਨੂੰ ਪਾਣੀ ਦੇ ਨਾਲ ਇਸ਼ਨਾਨ ਕਰਾਉਂਦੇ ਸੀ, ਫਿਰ ਦੀਵੇ ਬਾਲ ਕੇ ਉਹਨਾਂ ਦੇ ਮੂਹਰੇ ਆਰਤੀ ਕਰਦੇ ਸੀ, ਫਿਰ ਫੁੱਲਾਂ ਦੀ ਮਾਲਾ ਉਹਨਾਂ ਨੂੰ ਚੜਾਉਂਦੇ ਸੀਗੇ, ਫਿਰ ਉਹਨਾਂ ਨੂੰ ਜਿਹੜੇ ਮੋਰ ਦੇ ਪੰਖ ਜਾਂ ਗਾਂ ਦੇ ਬਾਲਾਂ ਨਾਲ ਬਣੇ ਚੌਰ ਦੇ ਨਾਲ ਚਬਰ ਕਰਦੇ ਸੀਗੇ, ਔਰ ਫਿਰ ਉਹਨਾਂ ਨੂੰ ਦੁੱਧ, ਘਿਓ, ਫਲ ਫਰੂਟ ਜਾਂ ਹੋਰ ਪਦਾਰਥ, ਖੀਰ ਵਗੈਰਾ ਦੇ ਭੋਗ ਲਾ ਕੇ ਪੱਥਰ ਦੇ ਮੂੰਹ ਨੂੰ, ਮੂਰਤੀ ਦੇ ਮੂੰਹ ਨੂੰ ਆਪ ਸਾਰਾ ਖਾ ਜਾਂਦੇ ਸੀਗੇ। ਤਾਂ ਸਤਿਗੁਰੂ ਰਵਿਦਾਸ ਜੀ ਨੇ ਅਜਿਹੇ ਕਰਮ ਕਾਂਡਾਂ ਨੂੰ ਦੇਖਦੇ ਹੋਏ ਉਹਨਾਂ ਦਾ ਖੰਡਨ ਕਰਦੇ ਹੋਏ ਫਰਮਾਇਆ, ਨਾਮ ਤੇਰੋ ਆਰਤੀ ਮੰਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ, ਵੇ ਮੈਂ ਤੇਰੇ ਨਾਮ ਦੀ ਹੀ ਆਰਤੀ ਕਰਦਾ ਹਾਂ, ਤੇਰੇ ਨਾਮ ਵਿੱਚ ਹੀ ਇਸ਼ਨਾਨ ਕਰਦਾ ਹਾਂ, ਔਰ ਤੇਰੇ ਨਾਮ ਤੋਂ ਬਿਨਾਂ ਜਿੰਨੇ ਇਹ ਪਸਾਰੇ ਆ, ਜਿੰਨੇ ਇਹ ਕਰਮਕਾਂਡ ਬ੍ਰਾਹਮਣ ਕਰਦੇ, ਸਾਰੇ ਝੂਠੇ ਹਨ। ਗੁਰੂ ਸਾਹਿਬ ਇੱਥੇ ਪਹਿਲਾਂ ਬ੍ਰਾਹਮਣ ਦੀ ਵਿਵਸਥਾ ਨੂੰ ਦੱਸਦੇ ਆ, ਜਿਹੜੇ ਉਹ ਕਰਮਕਾਂਡ ਕਰਦੇ ਸੀ, ਫਿਰ ਉਹਨਾਂ ਦਾ ਖੰਡਨ ਕਰਦੇ ਆ। ਨਾਮ ਕੀ ਹੈ? ਨਾਮ ਵਿਚਾਰਧਾਰਾ ਹੈ, ਨਾਮ ਉਹ ਮਨ ਦੀ ਚੇਤਨਾ ਹੈ, ਨਾਮ ਉਹ ਲਾ ਆਫ ਨੇਚਰ ਹੈ, ਕੁਦਰਤ ਦਾ ਨਿਯਮ ਹੈ, ਜਿਹਦੇ ਵਿੱਚ ਪੂਰੀ ਬਨਸਪਤੀ, ਧਰਤੀ, ਆਕਾਸ਼ ਔਰ ਹਵਾ, ਚੰਦ, ਸੂਰਜ, ਤਾਰੇ, ਗਲੈਕਸੀਆਂ ਆਪਣੇ ਆਪਣੇ ਨਿਯਮ ਵਿੱਚ ਰਹਿ ਕੇ ਕੰਮ ਕਰ ਰਹੇ ਹਨ। ਉਸ ਨੂੰ ਨਾਮ ਕਿਹਾ ਜਾਂਦਾ ਹੈ, ਉਸ ਨੂੰ ਵਿਚਾਰਧਾਰਾ ਕਿਹਾ ਜਾਂਦਾ ਹੈ, ਉਸ ਨੂੰ ਚੇਤਨਾ ਕਿਹਾ ਜਾਂਦਾ ਹੈ। ਵਿਚਾਰਧਾਰਾ, ਨਾਮ ਉਹ ਜਿਹੜਾ ਸਰਬੱਤ ਦੇ ਭਲੇ ਲਈ ਆ, ਜਿਹਦੇ ਵਿੱਚ ਕੋਈ ਗੈਰ ਬਰਾਬਰੀ ਨਹੀਂ, ਕੋਈ ਭੇਦਭਾਵ ਨਹੀਂ, ਸਾਰੇ ਭਾਈ ਭਾਈ ਹਨ, ਉਸ ਨੂੰ ਨਾਮ ਕਿਹਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਵੀ ਮੈਂ ਤੇਰੇ ਨਾਮ ਦੇ ਵਿੱਚ ਹੀ ਇਸ਼ਨਾਨ ਕਰਦਾ ਹਾਂ, ਔਰ ਤੇਰੇ ਨਾਮ ਨਾਲ ਹੀ ਮੈਂ ਆਰਤੀ ਤੁਹਾਡੀ ਕਰਦਾ ਹਾਂ, ਔਰ ਬਾਕੀ ਸਾਰੇ ਪਸਾਰੇ ਇਹ ਝੂਠੇ ਹਨ। ਰਹਾਉ ਦਾ ਸ਼ਬਦ ਵਿੱਚ ਅੱਗੇ ਜਾ ਕੇ ਗੁਰੂ ਸਾਹਿਬ ਫਰਮਾਉਂਦੇ ਹਨ, ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਕਿ ਮੈਂ ਤੁਹਾਡਾ ਆਰਤੀ ਕਰਨ ਲਈ ਕੋਈ ਆਸਣ ਨਹੀਂ ਲਾਉਂਦਾ, ਸਿਰਫ ਤੁਹਾਡੇ ਨਾਮ ਦਾ ਹੀ ਆਸਣ ਲਾਉਂਦਾ ਹਾਂ, ਔਰ ਉਰਸਾ, ਜਿਹ 'ਤੇ ਕੇਸਰ ਰਗੜਿਆ ਜਾਂਦਾ ਸੀ,
ਤੁਹਾਡੇ ਨਾਮ ਦੇ ਉਰਸੇ ਤੇ ਹੀ ਤੁਹਾਡੇ ਨਾਮ ਦਾ ਕੇਸਰ ਰਗੜ ਕੇ ਆਪ ਨੂੰ ਚੜਾਉਂਦਾ ਹਾਂ, ਆਪ ਦੀ ਨਾਮ ਦਾ ਹੀ ਕੇਸਰ ਚੜਾਉਂਦਾ ਹਾਂ। ਔਰ ਗੁਰੂ ਸਾਹਿਬ ਅੱਗੇ ਫਰਮਾਉਂਦੇ ਨਾਮ ਤੇਰੋ ਅੰਬਲਾ, ਨਾਮ ਤੇਰੋ ਚੰਦਨੋ, ਕਾਸੇ ਜਪੇ ਨਾਮ ਲੈ ਤੁਝ ਕੋ ਚਾਰੇ। ਹੁਣ ਬ੍ਰਾਹਮਣ ਲੋਕ ਚੰਦਨ ਰਗੜ ਕੇ ਪਾਣੀ ਦੇ ਨਾਲ ਉਹਨੂੰ ਗਿੱਲਾ ਕਰਕੇ ਪੱਥਰ ਤੇ ਘਸਾ ਕੇ ਮੂਰਤੀਆਂ ਨੂੰ ਚੰਦਨ ਚੜਾਉਂਦੇ ਸਨ। ਗੁਰੂ ਸਾਹਿਬ ਕਹਿੰਦੇ ਨਹੀਂ, ਤੇਰੇ ਨਾਮ ਦਾ ਹੀ, ਤੇਰੀ ਵਿਚਾਰਧਾਰਾ ਦਾ ਹੀ, ਤੇਰੇ ਗਿਆਨ ਦਾ ਹੀ ਪਾਣੀ ਹੈ, ਤੇਰੇ ਨਾਮ ਦਾ ਹੀ ਚੰਦਨ ਹੈ, ਔਰ ਤੇਰੇ ਨਾਮ ਤੇ ਹੀ ਘਸਾ ਕੇ ਮੈਂ ਤੁਹਾਨੂੰ ਉਹ ਅਰਪਣ ਕਰਦਾ ਹਾਂ। ਮੈਨੂੰ ਚੰਦਨ ਪਾਣੀ ਦੀ ਜ਼ਰੂਰਤ ਨਹੀਂ। ਔਰ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਹੈ ਮਾਹੇ ਪਸਾਰੇ। ਮੈਂ ਤੁਹਾਡੇ ਨਾਮ ਦਾ ਹੀ ਦੀਵਾ, ਨਾਮ ਦੀ ਹੀ ਬੱਤੀ ਬਣਾਉਣਾ ਹਾਂ, ਔਰ ਨਾਮ ਦਾ ਹੀ ਤੇਲ, ਵਿਚਾਰਧਾਰਾ ਦਾ, ਗਿਆਨ ਧਾਰਾ ਦਾ ਹੀ ਤੇਲ ਜਗਾ ਕੇ ਤੁਹਾਨੂੰ ਮੈਂ ਅਰਪਣ ਕਰਦਾ ਹਾਂ। ਕਿਉਂਕਿ ਮੈਨੂੰ ਇਹ ਜਿਹੜੇ ਦੀਵੇ ਤੇਲ ਬੱਤੀਆਂ ਦੀ ਕੋਈ ਜ਼ਰੂਰਤ ਨਹੀਂ। ਆਪ ਦਾ ਨਾਮ ਹੀ ਸਭ ਕੁਛ ਹੈ। ਨਾਮ ਤੇਰੇ ਕੀ ਜੋਤ ਲਗਾਈ, ਭੈ ਉਜਿਆਰੋ ਪਵਨ ਸਗਲਾਰੇ। ਤੇਰੇ ਨਾਮ ਦੀ ਮੈਂ ਜੋਤ ਜਗਾਨਾ ਹਾਂ, ਤੇਰੇ ਗਿਆਨ ਦੀ, ਤੇਰੀ ਵਿਚਾਰਧਾਰਾ ਦੀ, ਤੇਰੀ ਉਹ ਚੇਤਨਾ ਦੀ ਜੋਤ ਜਗਾਨਾ, ਜਿਸ ਨਾਲ ਸਾਰਾ ਬ੍ਰਹਿਮੰਡ ਰੋਸ਼ਨ ਹੋ ਜਾਂਦਾ ਹੈ। ਇਸ ਲਈ ਮੈਨੂੰ ਕਿਸੇ ਵੀ ਹੋਰ ਜੋਤ ਜਗਾਉਣ ਦੀ ਜ਼ਰੂਰਤ ਨਹੀਂ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਪਾਰ ਅਠਾਹਰ ਸਗਲ ਜੁਠਾਰੇ। ਬ੍ਰਾਹਮਣ ਲੋਕ ਉਸ ਵੇਲੇ ਫੁੱਲਾਂ ਨੂੰ ਇਕੱਠੇ ਕਰਕੇ ਉਹਦੀ ਮਾਲਾ ਬਣਾਉਂਦੇ ਸਨ ਤਾਗੇ 'ਚ ਪਰੋ ਕੇ। ਗੁਰੂ ਸਾਹਿਬ ਕਹਿੰਦੇ ਹਨ ਨਹੀਂ, ਮੈਨੂੰ ਇਹ ਫੁੱਲਾਂ ਦੀ ਵੀ ਜ਼ਰੂਰਤ ਨਹੀਂ। ਮੈਂ ਤੁਹਾਡੇ ਨਾਮ ਦੇ ਹੀ ਫੁੱਲ, ਨਾਮ ਦੇ ਤਾਗੇ 'ਚ ਪਰੋ ਕੇ ਤੁਹਾਨੂੰ ਅਰਪਣ ਕਰਦਾ ਹਾਂ। ਭਾਵ ਕਿ ਤੁਹਾਡੇ ਸੱਚੇ ਗਿਆਨ ਨੂੰ, ਤੁਹਾਡੀ ਸੱਚੀ ਵਿਚਾਰਧਾਰਾ ਨੂੰ ਮਨੁੱਖਾਂ ਦੇ ਵਿੱਚ ਪ੍ਰਚਾਰਿਤ ਕਰਦਾ ਹਾਂ। ਮੈਨੂੰ ਕਿਸੇ ਤਾਗੇ ਫੁੱਲ ਦੀ ਜ਼ਰੂਰਤ ਨਹੀਂ। ਤੇਰੋ ਕੀਆ ਤੁਝੇ ਕੀਆ ਅਰਪੋ, ਨਾਮ ਤੇਰਾ ਤੂੰ ਹੀ ਚਬ ਡਰਾਰੇ। ਗੁਰੂ ਸਾਹਿਬ ਕਹਿੰਦੇ ਨੇ ਜੋ ਤੁਸੀਂ ਮੈਨੂੰ ਦਿੱਤਾ ਹੈ, ਇਹ ਕੁਦਰਤ, ਇਹ ਲਾ ਆਫ ਨੇਚਰ, ਇੱਥੇ ਆਪਾਂ ਕੁਦਰਤ ਕਹਿ ਲਈਏ, ਨਾਮ ਕਹਿ ਲਈਏ, ਰੱਬ ਕਹਿ ਲਈਏ, ਪਰ ਗੁਰੂ ਸਾਹਿਬ ਇੱਥੇ ਕੁਦਰਤ ਨੂੰ ਕਹਿ ਰਹੇ ਆ। ਜੋ ਤੁਸੀਂ ਮੈਨੂੰ ਦਿੱਤਾ ਆ, ਮੈਂ ਤੁਹਾਨੂੰ ਕੀ ਅਰਪਣ ਕਰਾਂ? ਤੁਸੀਂ ਤਾਂ ਮੈਨੂੰ ਦਿੱਤਾ ਹੈ ਕੁਦਰਤ ਦੇ ਰੂਪ ਦੇ ਵਿੱਚ, ਇਸ ਲਈ ਮੈਂ ਤੁਹਾਨੂੰ ਤੁਹਾਡੇ ਨਾਮ ਦਾ ਹੀ ਚਬਰ ਕਰਦਾ ਹਾਂ। ਮੈਨੂੰ ਕਿਸੇ ਮੋਰ ਦੇ ਪੰਖ ਜਾਂ ਹੋਰ ਕਿਸੇ ਗਾਂ ਦੇ ਵਾਲਾਂ ਦੇ ਚੌਰ ਦੀ ਜ਼ਰੂਰਤ ਨਹੀਂ। ਤੁਹਾਡੀ ਸੱਚੀ ਵਿਚਾਰਧਾਰਾ ਦਾ ਹੀ ਮੈਂ ਤੁਹਾਨੂੰ ਚਬਰ ਚਲਾਉਂਦਾ ਹਾਂ। 10 ਅੱਠਾ 8 ਸੱਠੇ ਚਾਰੇ ਖਾਣੀ, ਇਹ ਬਰਤਨ ਹੈ ਸਗਲ ਸੰਸਾਰੇ। ਗੁਰੂ ਰਵਿਦਾਸ ਜੀ ਫਰਮਾਉਂਦੇ ਹਨ ਕਿ 18 ਪ੍ਰਾਣ 68 ਤੀਰਥਾਂ ਦੇ ਇਸ਼ਨਾਨ ਬ੍ਰਾਹਮਣ ਲੋਕ ਕਰਦੇ ਸਨ, ਔਰ ਚਾਰੇ ਖਾਣੀਆਂ, ਕਿਉਂਕਿ ਮਨੁੱਖ, ਜੀਵ ਜੰਤੂ, ਪੰਛੀ ਅੰਡੇ ਤੋਂ, ਜੇਰ ਤੋਂ, ਸੇਤਜ ਤੇ ਉਤਪੰਨ, ਭਾਵ ਕਿ ਪਾਣੀ ਤੋਂ, ਭਾਫ ਤੋਂ ਪੈਦਾ ਹੋਣ ਵਾਲੇ ਜੀਵ ਜਿੰਨੇ ਵੀ ਸਾਰੇ, ਇਹ ਤੁਹਾਡੇ ਹੁਕਮ ਵਿੱਚ ਵਿਚਰ ਰਹੇ ਹਨ। ਮੈਨੂੰ ਕਿਸੇ ਵੀ 68 ਤੀਰਥਾਂ ਦੇ ਜਾਣ ਤੇ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ। ਤੁਹਾਡੇ ਨਾਮ ਵਿੱਚ ਹੀ ਮੈਂ ਇਸ਼ਨਾਨ ਕਰਦਾ ਹਾਂ। ਤੁਹਾਡੀ ਵਿਚਾਰਧਾਰਾ, ਤੁਹਾਡੇ ਗਿਆਨ ਨੂੰ ਹੀ ਮੈਂ ਸੰਸਾਰ ਵਿੱਚ ਫੈਲਾਉਂਦਾ ਹਾਂ। ਇਸ ਲਈ ਮੈਨੂੰ ਇਹ 18 ਪ੍ਰਾਣ ਵੀ ਪੜ੍ਹਨ ਦੀ ਜ਼ਰੂਰਤ ਨਹੀਂ। ਤੁਹਾਡਾ ਨਾਮ ਹੀ ਸਭ ਕੁਛ ਹੈ, ਤੁਹਾਡੀ ਵਿਚਾਰਧਾਰਾ ਹੀ ਸਭ ਕੁਛ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ ਸਨ ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ। ਉਸ ਵੇਲੇ ਬ੍ਰਾਹਮਣ ਮੂਰਤੀਆਂ ਨੂੰ ਜੋ ਫਲ ਪਦਾਰਥ, ਦਾਲ ਸਬਜ਼ੀ ਰੋਟੀ ਖੀਰ ਆਦਿ ਦੇ ਭੋਗ ਲਵਾ ਕੇ ਬਾਕੀ ਆਪ ਛਕ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਨੇ ਇਹ ਦੁਕਾਨਦਾਰੀਆਂ ਬਣਾਈਆਂ ਸਨ, ਰੱਬ ਦੇ ਨਾਂ ਤੇ, ਭਗਵਾਨਾਂ ਦੇ ਨਾਂ ਤੇ ਆਪਣੀ ਕਰਮ ਕਾਂਡ ਚਲਾਉਂਦੇ ਸਨ, ਔਰ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਆਪਣੀ ਦੁਕਾਨਦਾਰੀ ਚਲਾਉਂਦੇ ਸਨ। ਗੁਰੂ ਸਾਹਿਬਾਂ ਨੇ ਇਸ ਵਿਵਸਥਾ ਦਾ ਖੰਡਨ ਕਰਦੇ ਹੋਏ ਕਿਹਾ ਮੈਂ ਤੁਹਾਡੇ ਨਾਮ ਦੀ ਆਰਤੀ ਇਹੀ ਉਚਾਰਦਾ ਹਾਂ, ਤੁਹਾਡੀ ਵਿਚਾਰਧਾਰਾ ਨੂੰ, ਤੁਹਾਡੇ ਗਿਆਨ ਨੂੰ, ਤੁਹਾਡੀ ਉਸ ਮਨੁੱਖੀ ਜੀਵਨ ਨੂੰ ਸੁਖੀ ਬਣਾਉਣ ਲਈ, ਜਿਸ ਵਿੱਚ ਬਰਾਬਰਤਾ ਹੈ, ਸਮਾਨਤਾ ਹੈ, ਸੁਤੰਤਰਤਾ ਹੈ, ਉਹਨੂੰ ਫੈਲਾਉਂਦਾ ਹਾਂ। ਔਰ ਸਤਨਾਮ, ਤੁਹਾਡੇ ਸੱਚੇ ਨਾਮ ਦਾ, ਤੁਹਾਡੀ ਸੱਚੀ ਵਿਚਾਰਧਾਰਾ ਦਾ ਤੁਹਾਨੂੰ ਭੋਗ ਲਵਾਉਂਦਾ ਹਾਂ। ਇਸ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਬ੍ਰਾਹਮਣ ਦੇ ਹਰ ਕਰਮ ਕਾਂਡ ਨੂੰ, ਜਿਹੜੇ ਉਹ ਅਡੰਬਰ ਕਰਦਾ ਸੀ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ, ਔਰ ਆਪ ਵਿਹਲਾ ਖਾਂਦਾ ਸੀ, ਗੁਰੂ ਸਾਹਿਬ ਨੇ ਆਰਤੀ ਦੇ ਵਿੱਚ, ਆਰਤੀ ਦੇ ਸ਼ਬਦ ਦੇ ਵਿੱਚ ਖੰਡਨ ਕੀਤਾ,
ਔਰ ਸੱਚੀ ਆਰਤੀ ਜਿਹੜੀ ਗੁਰੂ ਰਵਿਦਾਸ ਜੀ ਗੁਰੂ ਸਾਹਿਬ ਨਾਮ, ਚੇਤਨਾ ਔਰ ਗਿਆਨ ਔਰ ਵਿਚਾਰਧਾਰਾ ਉਹਨੂੰ ਹੀ ਸਭ ਕੁਝ ਸਮਝਦੇ ਹਨ। ਅਤੇ ਗੁਰੂ ਜੀ ਨੇ ਸਾਨੂੰ ਇਹ ਸਾਰੇ ਅਡੰਬਰ ਕਰਨ ਤੋਂ ਰੋਕਿਆ ਸੀ। ਔਰ ਇੱਕ ਹੋਰ ਸ਼ਬਦ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਦੂਧ ਤੇ ਬਛੜੇ ਥਨੋਂ ਬਿਟਾਰਿਓ, ਫੂਲ ਭਵਲ ਜਨ ਮੀਲ ਗਵਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਊਂ, ਅਵਰ ਨ ਫੂਲ ਅਨੂਪ ਨ ਪਾਊਂ, ਮੇਲਾ ਗਰ ਫੇਰੇ ਹੈ ਭੇਂਗਾ, ਭਿੱਖ ਅੰਮ੍ਰਿਤ ਬਸੇ ਨਿਤ ਸੰਗਾ। ਹੁਣ ਬ੍ਰਾਹਮਣ ਲੋਕ ਉਸ ਵੇਲੇ ਮੂਰਤੀਆਂ ਨੂੰ ਜਾਂ ਠਾਕਰਾਂ ਨੂੰ ਦੁੱਧ ਪਿਲਾਉਂਦੇ ਸਨ, ਜਾਂ ਹੋਰ ਪਦਾਰਥ, ਦੁੱਧ, ਪਾਣੀ, ਘਿਓ, ਖੀਰ, ਫਲ, ਜੋ ਮੂਰਤੀਆਂ ਨੂੰ ਜਾਂ ਉਹ ਠਾਕਰ ਦੇ ਮੂੰਹ ਨੂੰ ਭੋਗ ਲਾਉਂਦੇ ਸੀ ਬ੍ਰਾਹਮਣ, ਔਰ ਬਾਅਦ ਵਿੱਚ ਉਹ ਆਪ ਖਾ ਜਾਂਦੇ ਸੀ, ਕਿਉਂਕਿ ਉਹਨਾਂ ਦੀ ਦੁਕਾਨਦਾਰੀ ਸੀ, ਉਹਨਾਂ ਦਾ ਇੱਕ ਰੁਜ਼ਗਾਰ ਸੀ। ਔਰ ਸਤਿਗੁਰੂ ਰਵਿਦਾਸ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਆ ਵੀ ਜਿਹੜਾ ਦੁੱਧ ਆ ਉਹ ਬਛੜੇ ਨੇ ਥਣ ਚੁੰਘ ਕੇ ਗਊ ਦੇ ਉਹ ਝੂਠਾ ਕੀਤਾ ਆ, ਔਰ ਮੱਛੀ ਨੇ ਪਾਣੀ ਝੂਠਾ ਕੀਤਾ ਆ, ਔਰ ਜਿਹੜਾ ਫੁੱਲ ਆ ਉਹ ਭਵਰੇ ਨੇ ਝੂਠੇ ਕੀਤੇ ਆ, ਔਰ ਚੰਦਨ ਜਿਹੜਾ ਹੈ ਉਹ ਸੱਪਾਂ ਨੇ ਝੂਠਾ ਕੀਤਾ। ਗੁਰੂ ਸਾਹਿਬ ਕਹਿੰਦੇ ਆ ਵੀ ਸੁੱਚਾ ਤਾਂ ਕੁਝ ਵੀ ਨਹੀਂ, ਮੈਂ ਤੁਹਾਨੂੰ ਕੀ ਚੜਾਵਾਂ। ਸਤਿਗੁਰੂ ਜੀ ਕਹਿੰਦੇ ਆ, ਤਨ ਮਨ ਅਰਪੋ ਫੂਲ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਤੇ ਮੈਂ ਤੁਹਾਨੂੰ ਆਪਣਾ ਤਨ ਤੇ ਮਨ ਹੀ ਅਰਪਣ ਕਰਦਾ ਹਾਂ, ਔਰ ਗੁਰੂ ਦੇ ਸ਼ਬਦ, ਗੁਰੂ ਦੀ ਵਿਚਾਰਧਾਰਾ ਨੂੰ ਮੈਂ ਗ੍ਰਹਿਣ ਕਰਦਾ ਹਾਂ। ਔਰ ਇੱਥੇ ਗੁਰੂ ਸਾਹਿਬ ਬ੍ਰਾਹਮਣ ਦੇ ਹਰ ਅਡੰਬਰ ਨੂੰ ਰੱਦ ਕਰਦੇ ਆ। ਔਰ ਨਾਮ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਵਰਤਿਆ, ਨਾਮ ਦਾ ਮਤਲਬ ਵਿਚਾਰਧਾਰਾ, ਸੱਚੀ ਸੁੱਚੀ ਵਿਚਾਰਧਾਰਾ, ਜਿਹੜੀ ਮਨੁੱਖ ਦੇ ਕਲਿਆਣ ਦੇ ਲਈ ਆ, ਜਿਹਦੇ ਵਿੱਚ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਿਆ ਜਾਵੇ, ਕੋਈ ਉੱਚਾ ਨੀਵਾਂ ਨਾ ਹੋਵੇ, ਸਾਰਿਆਂ ਨੂੰ ਬਰਾਬਰ ਆਜ਼ਾਦੀ ਹੋਵੇ, ਕੋਈ ਜਾਤ ਪਾਤ ਨਾ ਹੋਵੇ। ਉਹ ਜਿਹੜੀ ਵਿਚਾਰਧਾਰਾ, ਨਿਰਮਲ ਵਿਚਾਰਧਾਰਾ, ਭਰਾਤਰੀ ਭਾਵ ਵਾਲੀ ਵਿਚਾਰਧਾਰਾ, ਉਹਨੂੰ ਨਾਮ ਕਿਹਾ ਜਾਂਦਾ। ਉਹ ਚੇਤਨਾ ਜਾਂ ਗਿਆਨ, ਇੱਥੇ ਨਾਮ ਲਈ ਉਹ ਵਰਤਿਆ ਗਿਆ ਆ। ਔਰ ਸਤਿਗੁਰੂ ਰਵਿਦਾਸ ਜੀ ਆਪਣੀ ਬਾਣੀ ਵਿੱਚ ਬ੍ਰਾਹਮਣ ਦੇ ਹਰ ਅਡੰਬਰ ਦਾ ਖੰਡਨ ਕਰਦੇ ਆ। ਜਿਵੇਂ ਅਗਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਆ, ਪਾਤੀ ਤੋੜੇ ਪੂਜ ਰਚਾਵੇ, ਤਾਰਨ ਤਿਰਨ ਕਹੇ ਰੇ, ਮੂਰਤੀ ਮੇ ਜੋ ਬਸੇ ਪਰਮੇਸ਼ਰ, ਤੋ ਪਾਣੀ ਮੇ ਤਰੇ ਰਹੇ। ਹੁਣ ਬ੍ਰਾਹਮਣ ਜਿਹੜਾ ਹੀ ਫੁੱਲ ਪੱਤੇ ਤੋੜ ਕੇ ਮੂਰਤੀਆਂ ਨੂੰ ਚੜਾਉਂਦਾ ਸੀ, ਔਰ ਕਹਿੰਦਾ ਸੀ ਵੀ ਇਹ ਜਗਤ ਨੂੰ ਤਾਰਨ ਵਾਲੀਆਂ ਮੂਰਤੀਆਂ ਆ। ਤੇ ਮਹਾਰਾਜ ਕਹਿੰਦੇ, ਹੇ ਬ੍ਰਾਹਮਣ, ਜੇ ਇਹ ਮੂਰਤੀ ਵਿੱਚ ਪਰਮੇਸ਼ਰ ਬਚਦਾ ਆ, ਜਗਤ ਨੂੰ ਤਾਰਨ ਵਾਲਾ, ਤੇ ਖੁਦ ਪਾਣੀ 'ਚ ਤਰਨੀ ਚਾਹੀਦੀ ਆ। ਲੇਕਿਨ ਅਜਿਹਾ ਨਹੀਂ ਹੋਇਆ। ਇਸ ਸ਼ਬਦ ਰਾਹੀਂ ਸਤਿਗੁਰੂ ਜੀ ਮੂਰਤੀ ਪੂਜਾ, ਮੂਰਤੀ ਜਾਂ ਠਾਕਰ ਜਾਂ ਪੱਥਰ ਨੂੰ ਪਾਣੀ 'ਤੇ ਤਰਨ ਦਾ ਖੰਡਨ ਕਰਦੇ ਆ। ਔਰ ਸਤਿਗੁਰੂ ਜੀ ਇੱਕ ਸ਼ਬਦ ਵਿੱਚ ਹੋਰ ਫਰਮਾਉਂਦੇ ਆ, ਥੋਥਾ ਪੰਡਤ ਥੋਥੀ ਬਾਣੀ, ਥੋਥੀ ਹਰਬਿਨ ਕਥਾ ਖਾਣੀ, ਥੋਥਾ ਮੰਦਰ ਭੋਗ ਵਿਲਾਸਾ, ਥੋਥੀ ਸਭ ਦੇਵਨ ਕੀ ਆਸਾ। ਵੇ ਪੰਡਤ ਦਾ, ਬ੍ਰਾਹਮਣ ਦੀ ਬਾਣੀ ਵੀ ਥੋਥੀ ਆ, ਆਪ ਵੀ ਥੋਥਾ ਆ, ਉਹਦੇ ਦੇਵੀ ਦੇਵਤੇ ਵੀ ਥੋਥੇ ਆ, ਔਰ ਮੰਦਰ ਵੀ ਥੋਥੇ, ਉਹ ਭੋਗ ਵਿਲਾਸ ਦੇ ਅੱਡੇ ਆ। ਦੇਖੋ ਸਤਿਗੁਰੂ ਜੀ ਕਿੰਨੀ ਕ੍ਰਾਂਤੀਕਾਰੀ ਔਰ ਨਿਰਡਰ ਹੋ ਕੇ, ਨਿਰਭੈ ਹੋ ਕੇ ਗੱਲਾਂ ਕਰ ਰਹੇ ਆ। ਔਰ ਸਤਿਗੁਰੂ ਜੀ ਤਾਂ ਸਾਨੂੰ ਅੰਧ ਵਿਸ਼ਵਾਸ ਨੂੰ ਦੂਰ ਕਰਕੇ ਔਰ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਗੁਲਾਮੀ ਨੂੰ ਦੂਰ ਕਰਨ ਦੀ ਗੱਲ ਕਹਿੰਦੇ ਆ। ਪਰਾਧੀਨਤਾ ਪਾਪ ਹੈ ਜਾਣ ਲਿਓ ਰੇ ਮੀਤ, ਰਵਿਦਾਸ ਦਾਸ ਪਰਾਧੀਨ ਸੇ ਕੌਣ ਕਰੇ ਹੈ ਪ੍ਰੀਤ। ਸਤਿਗੁਰੂ ਜੀ ਕਹਿੰਦੇ ਆ ਵੀ ਗੁਲਾਮੀ ਇੱਕ ਪਾਪ ਆ, ਭਰਾਵੋ ਇਹਨੂੰ ਤਿਆਗੋ। ਔਰ ਸਤਿਗੁਰੂ ਜੀ ਨੇ ਸਾਰਾ ਜੀਵਨ ਸਾਨੂੰ ਆਪਣੇ ਹੱਕ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ। ਉਹ ਇੱਕ ਕ੍ਰਾਂਤੀਕਾਰੀ ਯੋਧੇ ਸੀ, ਲੇਕਿਨ ਬ੍ਰਾਹਮਣ ਨੇ ਉਹਨਾਂ ਦੀ ਕ੍ਰਾਂਤੀ ਦੀ ਵਿਚਾਰਧਾਰਾ ਨੂੰ ਕਾਊਂਟਰ ਰੈਵੋਲਿਊਸ਼ਨ ਕਰਕੇ, ਪ੍ਰਤੀ ਕ੍ਰਾਂਤੀ ਕਰਕੇ ਭਗਤੀ ਲਹਿਰ 'ਚ ਬਦਲ ਦਿੱਤਾ। ਅਜਿਹੀਆਂ ਕਥਾ ਕਹਾਣੀਆਂ ਲਿਖੀਆਂ ਵੀ ਗੁਰੂ ਸਾਹਿਬ ਨੇ ਪੱਥਰ ਤਰਾਏ, ਮੂਰਤੀਆਂ ਤਰਾਈਆਂ, ਜੰਝੂ ਕੱਢ ਕੇ ਦਿਖਾਏ, ਔਰ ਗੰਗਾ ਨੂੰ ਦਮੜੀ ਭੇਜੀ। ਗੁਰੂ ਸਾਹਿਬ ਨੂੰ ਇੱਕ ਚਮਤਕਾਰੀ ਬਣਾਤਾ ਵੀ ਤੁਹਾਡੇ ਗੁਰੂ ਸਾਹਿਬ ਪਰਮਾਤਮਾ ਦੀ, ਰੱਬ ਦੀ ਪੂਜਾ ਕਰਦੇ ਸੀ, ਉਹਨਾਂ ਨੇ ਇਹ ਚਮਤਕਾਰ ਕਰਤੇ, ਤਾਂ ਕਿ ਗੁਰੂ ਸਾਹਿਬ ਦੇ ਸਮਾਜ ਨੂੰ ਇਹ ਨਾ ਪਤਾ ਲੱਗੇ ਵੀ ਉਹਨਾਂ ਦੇ ਗੁਰੂ ਸਾਹਿਬ ਤਾਂ ਕ੍ਰਾਂਤੀਕਾਰੀ ਸੀ। ਔਰ ਅਸੀਂ ਉਹ ਗੱਲਾਂ ਮੰਨ ਲਈਆਂ, ਸਾਡੇ ਸੰਤਾਂ ਵੱਲੋਂ, ਡੇਰਿਆਂ ਵੱਲੋਂ, ਪ੍ਰਚਾਰਕਾਂ ਵੱਲੋਂ ਇਹ ਗੱਲਾਂ ਪ੍ਰਚਾਰੀਆਂ ਗਈਆਂ। ਜਿਹੜਾ ਗੁਰੂ ਸਾਹਿਬ ਦਾ ਅਸਲੀ ਮਿਸ਼ਨ ਸੀ ਬਗਾਵਤ ਦਾ,
ਆਪਣੇ ਹੱਕ ਪ੍ਰਾਪਤ ਕਰਨ ਦਾ, ਉਹ ਤੋਂ ਸਾਨੂੰ ਦੂਰ ਰੱਖਿਆ ਗਿਆ। ਔਰ ਸਤਿਗੁਰਾਂ ਦੀ ਬਾਣੀ ਅਸੀਂ ਪੜ੍ਹੀ ਨਹੀਂ। ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਬ੍ਰਾਹਮਣ ਦੇ ਹਰ ਕਰਮਕਾਂਡ ਚਮਤਕਾਰ ਦਾ ਖੰਡਨ ਕੀਤਾ, ਪੱਥਰ ਤਰਨ ਮੂਰਤੀਆਂ ਤਰਨ ਦਾ ਖੰਡਨ ਕੀਤਾ। ਔਰ ਸਤਿਗੁਰੂ ਜੀ ਦਾ ਸਾਨੂੰ ਆਪਣੇ ਰਾਜ ਪ੍ਰਾਪਤ ਕਰਨ ਲਈ ਕਹਿੰਦੇ ਆ, ਬੇਗਮਪੁਰਾ ਵਸਾਉਣ ਲਈ ਕਹਿੰਦੇ ਆ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਬਸੇ ਰਵਿਦਾਸ ਰਹਿ ਪ੍ਰਸੰਨ। ਰਵਿਦਾਸ ਹੈ ਜੋ ਬੇਗਮਪੁਰਾ, ਪੂਰਨ ਹੈ ਸੁਖ ਧਾਮ, ਦੁਖਨ ਦੌਰ ਭੈ ਨਿਵਾਸ ਬਸਨੀ ਤੈ ਠਾਉ। रविदास मनुख के बसन को सुख के है दो ठाओ, एक सुख स्वराज में दूजा मरगट गाओ। गुरु साहब ਤਾਂ ਕਹਿੰਦੇ ਆਪਣੇ ਰਾਜ ਵਿੱਚ ਸੁੱਖ ਆ, ਸਵਰਾਜ 'ਚ, ਦੂਜਾ ਸੁੱਖ ਕਬਰਾਂ 'ਚ ਆ। ਤੇ ਗੁਰੂ ਸਾਹਿਬ ਭਜਨ ਭਗਤੀ ਦੀ ਗੱਲ ਕਿਵੇਂ ਕਰ ਸਕਦੇ ਆ? ਉਹਨਾਂ ਨੇ ਕਿਹੜੀ ਭਗਤੀ ਕੀਤੀ? ਭਗਤ ਕਰੇ ਕੋਈ ਸੂਰਮਾ, ਜਾਤ ਵਰਨ ਕੁਲ ਖੋਏ। ਆਹ ਭਗਤੀ ਕੀਤੀ ਆ ਜਾਤ ਪਾਤ ਨੂੰ ਖਤਮ ਕਰਨ ਲਈ, ਕੁੱਲ ਵਰਨ ਨੂੰ ਖਤਮ ਕਰਨ ਲਈ। ਔਰ ਅਸੀਂ ਲੋਕਾਂ ਨੇ, ਸਾਧਾਂ ਸੰਤਾਂ ਨੇ, ਡੇਰਿਆਂ ਨੇ ਇਹ ਗੱਲਾਂ ਪ੍ਰਚਾਰੀਆਂ ਬਈ ਗੁਰੂ ਸਾਹਿਬ ਦੀਆਂ ਆਰਤੀਆਂ ਉਤਾਰੋ। ਜਿਹੜੇ ਕੰਮਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਜਿਹੜੇ ਕਰਮਕਾਂਡਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਅਸੀਂ ਉਹਨਾਂ ਨੂੰ ਅਗਿਆਨਤਾ ਬਸ ਅੱਜ ਵੀ ਕਰ ਰਹੇ ਹਾਂ। ਗੁਰੂ ਸਾਹਿਬ ਨੇ ਸਾਨੂੰ ਆਰਤੀ ਕਰਨ ਤੋਂ ਉਠਾਇਆ ਸੀ, ਅਸੀਂ ਗੁਰੂ ਸਾਹਿਬ ਦੀ ਆਰਤੀ ਉਤਾਰਨ ਲੱਗ ਪਏ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਬੜੀ, ਗੁਰੂ ਸਾਹਿਬ ਤਾਂ ਇਹ ਕ੍ਰਾਂਤੀਕਾਰੀ ਯੋਧੇ ਸੀ। ਔਰ ਉਹਨਾਂ ਬਾਰੇ ਬਹੁਤ ਬਹੁਤ ਵਧੀਆ ਸ਼ਬਦਾਂ ਵਿੱਚ ਲਿਖਿਆ ਗਿਆ ਆ ਬਈ ਭਰੀ ਸਭਾ 'ਚ ਆਖਿਆ ਸਤਿਗੁਰਾਂ ਨੇ, ਸੁਣ ਲੈ ਲੋਧੀਆ ਅਰਜ ਪੁਕਾਰ ਮੇਰੀ, ਮੇਰੀ ਰੰਬੀ ਏ ਕੱਟਦੀ ਜ਼ਾਲਮਾਂ ਪਾਪੀਆਂ ਨੂੰ, ਟੁੱਟੇ ਦਿਲਾਂ ਨੂੰ ਗੰਢਦੀ ਆਰ ਮੇਰੀ, ਸਾਂਗ ਦਿਆਂਗਾ ਕੌਮ ਦੇ ਦੁਸ਼ਮਣਾਂ ਨੂੰ, ਇਹ ਕਰਮ ਨਾ ਜਾਣ ਤਲਵਾਰ ਮੇਰੀ, ਜਦ ਤੱਕ ਨਹੀਂ ਲੋਕ ਖੁਸ਼ਹਾਲ ਹੁੰਦੇ, ਰੱਤੂ ਗੂੰਜਦੀ ਰਹੂ ਲਲਕਾਰ ਮੇਰੀ, ਰੱਤੂ ਗੂੰਜਦੀ ਰਹੂ ਲਲਕਾਰ ਮੇਰੀ। ਗੁਰੂ ਸਾਹਿਬ ਤਾਂ ਸਭ ਲਈ ਸੁਖੀ ਜੀਵਨ ਚਾਹੁੰਦੇ ਸੀਗੇ, ਸੁਖਮਈ ਰਾਜ ਚਾਹੁੰਦੇ ਸੀ। ਉਸ ਨਾਮ ਦੀ ਗੱਲ ਕਰਦੇ ਸੀ ਜਿਹੜਾ ਨਾਮ ਇੱਕ ਚੇਤਨਾ ਆ, ਜਿਹੜਾ ਨਾਮ ਇੱਕ ਮਨੁੱਖਾਂ ਦੇ ਕਲਿਆਣ ਦੀ ਵਿਚਾਰਧਾਰਾ ਆ। ਲੇਕਿਨ ਅਸੀਂ, ਸਾਡੇ ਸੰਤਾਂ ਨੇ, ਸਾਡੇ ਪ੍ਰਚਾਰਕਾਂ ਨੇ ਸਾਨੂੰ ਨਾਮ ਜਪਣ 'ਤੇ ਲਾਤਾ। ਨਾਮ ਦਾ ਅਸਲੀ ਇਹੀ ਮਕਸਦ ਸਮਝੇ ਹੀ ਨਹੀਂ ਵੀ ਨਾਮ ਜਪਣਾ ਕੀ ਆ। ਸਾਨੂੰ ਕਹਿੰਦੇ ਸਵੇਰੇ ਉੱਠ ਕੇ ਅੱਖਾਂ ਮੀਟ ਕੇ 2 ਘੰਟੇ ਬਹਿ ਜਾਓ, ਸਾਨੂੰ ਪਾਠ ਕਰਨ 'ਤੇ ਲਾਤਾ। ਲੇਕਿਨ ਜਿਹੜਾ ਨਾਮ ਅਸੀਂ ਜਪਣਾ ਸੀ, ਜਿਹੜੇ ਨਾਮ ਦੀ ਵਿਚਾਰਧਾਰਾ ਗੁਰੂ ਰਵਿਦਾਸ ਜੀ ਗੱਲ ਕਰਦੇ ਉਹ ਸਮਝਣਾ ਸੀ, ਉਹ ਅਸੀਂ ਨਾ ਸਮਝਿਆ ਅਤੇ ਨਾ ਆਪਣੇ ਜੀਵਨ 'ਚ ਲਾਗੂ ਕੀਤਾ। ਨਾਮ ਸਮਝਣ ਦੀ ਨਾਮ ਸਮਝਣ ਦੀ ਗੱਲ ਆ, ਜਪਣ ਦੀ ਗੱਲ ਨਹੀਂ, ਰੱਟਾ ਲਾਉਣ ਦੀ ਗੱਲ ਨਹੀਂ, ਜੀਵਨ ਵਿੱਚ ਲਾਗੂ ਕਰਨ ਦੀ ਗੱਲ ਆ। ਨਾਮ ਇੱਕ ਚੇਤਨਾ ਆ, ਵਿਵੇਕ ਬੁੱਧੀ ਨੂੰ ਵਰਤ ਕੇ ਸੱਚ ਨੂੰ ਜਾਣਨਾ, ਇਹ ਨਾਮ ਆ। ਸੋ ਸਤਿਗੁਰਾਂ ਨੂੰ ਇਹੀ ਯਾਦ ਕਰਨਾ ਹੋਵੇਗਾ ਕਿ ਉਹਨਾਂ ਵੱਲੋਂ ਜਿਹੜੀ ਬਗਾਵਤ ਦੀ ਲਹਿਰ ਚਲਾਈ ਸੀ, ਮਨੁੱਖੀ ਅਧਿਕਾਰਾਂ ਦੀ ਲਹਿਰ ਚਲਾਈ ਸੀ, ਜਿਹੜੀ ਤਥਾਗਤ ਗੌਤਮ ਤੋਂ ਲੈ ਕੇ ਗੁਰੂ ਰਵਿਦਾਸ ਜੀ ਤੱਕ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਤੱਕ ਸਾਡੇ ਮਨੁੱਖੀ ਅਧਿਕਾਰ ਜਿਹੜੇ ਸਦੀਆਂ ਤੋਂ ਖੋਏ ਸੀ, ਉਹ ਪ੍ਰਾਪਤ ਕਰਨ ਦੀ ਲੜਾਈ ਸੀ। ਉਸ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸਾਨੂੰ ਭਾਰਤੀ ਸੰਵਿਧਾਨ ਦੇ ਰੂਪ ਵਿੱਚ ਉਹ ਹੱਕ ਲੈ ਕੇ ਦਿੱਤੇ ਆ। ਅੱਜ ਉਹਨਾਂ ਹੱਕਾਂ ਨੂੰ ਸਾਂਭਣ ਦੀ ਗੱਲ ਆ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਆ, ਉਹਨਾਂ ਨੂੰ ਸੁਰੱਖਿਅਤ ਕਰਨ ਦੀ ਗੱਲ ਆ। ਸੋ ਸਾਨੂੰ ਇਸ ਵੱਲ ਨੂੰ ਕਦਮ ਚੁੱਕਣੇ ਹੋਊਗੇ। ਇਹ ਗੁਰੂ ਸਾਹਿਬ ਨੂੰ ਯਾਦ ਕਰਨਾ ਹੋਏਗਾ, ਇਹ ਗੁਰੂ ਸਾਹਿਬ ਜੀ ਦਾ ਨਾਮ ਜਪਣਾ ਹੋਏਗਾ। ਨਾਮ ਦਾ ਕਨਸੈਪਟ ਇਹ ਹੀ ਆ ਵੀ ਉਹ ਨਿਰਮਲ ਵਿਚਾਰਧਾਰਾ ਜਿਹੜੀ ਸਰਬੱਤ ਦੇ ਭਲੇ ਦੀ ਹੋਵੇ, ਕੋਈ ਦੂਸਰਾ ਬੈਰ ਦਬੋਸ਼ ਨਾ ਹੋਵੇ, ਜਿਹਦੇ ਵਿੱਚ ਭੇਦਭਾਵ ਨਾ ਹੋਵੇ, ਉਹ ਨਾਮ ਦੀ ਵਿਚਾਰਧਾਰਾ ਆ। ਇਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਰੇ ਬ੍ਰਾਹਮਣੀ ਕਰਮ ਕਾਂਡਾਂ ਦਾ, ਤੀਰਥ ਵਰਤ ਇਸ਼ਨਾਨਾਂ, 84 ਲੱਖ ਜੂਨ, ਸੁਰਗ ਨਰਕ ਵੇਦਾਂ ਆਦਿ ਦਾ ਖੰਡਨ ਕੀਤਾ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।